ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਹਿਜ ਸਮਾਇਓ ਦੇਵ, ਮੋਕੋ ਸਤਿਗੁਰ ਭਏ ਦਇਆਲ ਦੇਵ। ਸਹਿਜ ਸਮਾਇਓ ਦੇਵ, ਮੋਕੋ ਸਤਿਗੁਰ ਭਏ ਦਇਆਲ ਦੇਵ। ਰਹਾਉ ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ। ਏਕ ਨਾਮ ਕੋ ਥਿਓ ਪੁਜਾਰੀ, ਮੋਕੋ ਅਚਰਜ ਗੁਰ ਹੈ ਦਿਖਾਇਓ। ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨ ਹੈ ਪ੍ਰਗਟਾਇਓ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨ ਭੈ ਠਹਿਰਾਇਓ। ਮਾਨ ਆਗਿਆ ਸਰਬ ਸੁਖ ਪਾਏ, ਦੁਖ ਹੈ ਠਾਉ ਗਵਾਇਓ। ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰੂ, ਸਭ ਆਨੰਦ ਰੂਪ ਦਿਖਾਇਓ। ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰਿ ਰਾਇਓ। ਕਹੋ ਨਾਨਕ ਆਗਮ ਆਗਮ ਹੈ ਠਾਕੁਰੂ, ਭਗਤ ਟੇਕ ਹਰਿ ਨਾਇਓ। ਕਹੋ ਨਾਨਕ ਆਗਮ ਆਗਮ ਹੈ ਠਾਕੁਰੂ, ਭਗਤ ਟੇਕ ਹਰਿ ਨਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਦੇ ਅੰਦਰ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਥ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 209 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ। ਸਹਿਜ ਸਮਾਇਓ ਦੇਵ, ਮੋਹ ਕੋ ਸਤਿਗੁਰ ਭਏ ਦਇਆਲ ਦੇਵ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਦੇਵ ਪ੍ਰਕਾਸ਼ ਸਰੂਪ ਬ੍ਰਹਮ ਵਿੱਚ ਸਹਿਜੇ ਹੀ ਸਮਾ ਗਏ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹੇ ਸੰਤ ਜਨੋ, ਪ੍ਰਕਾਸ਼ ਸਰੂਪ ਬ੍ਰਹਮ ਪਰਮੇਸ਼ਰ ਦੇ ਵਿੱਚ ਸਹਿਜੇ ਹੀ ਸਮਾ ਗਏ ਹਾਂ, ਜੋ ਸਾਰਿਆਂ ਦਾ ਦੇਵ ਰਾਜਾ ਰੂਪ ਹੈ, ਜੋ ਸਾਰਿਆਂ ਦਾ ਪੂਜਨੀਕ ਹੈ, ਜੋ ਸਭ ਤੋਂ ਵੱਡਾ ਹੈ। ਮਹਾਰਾਜ ਜੀ ਕਹਿਣ ਲੱਗੇ, ਉਸ ਪਰਮੇਸ਼ਰ ਦੇ ਵਿੱਚ ਗਿਆਨ ਕਰਕੇ ਸਮਾਉਣਾ ਹੋਇਆ ਹੈ ਸਾਡਾ, ਕਿ ਗੁਰੂ ਨੇ ਸਾਨੂੰ ਗਿਆਨ ਬਖਸ਼ਿਸ਼ ਕਰ ਦਿੱਤਾ। ਇਸੇ ਕਰਕੇ ਅਸੀਂ ਪ੍ਰਕਾਸ਼ ਸਰੂਪ ਬ੍ਰਹਮ ਵਿੱਚ ਸਹਿਜੇ ਹੀ ਸਹਿਜ ਅਵਸਥਾ ਕਰਕੇ ਸਮਾ ਗਏ ਹਾਂ। ਜੋ ਸਾਰਿਆਂ ਦਾ ਦੇਵ ਰਾਜਾ ਰੂਪ ਹੈ, ਜੋ ਸਾਰਿਆਂ ਦਾ ਪੂਜਨੀਕ ਹੈ, ਜੋ ਸਾਰਿਆਂ ਤੋਂ ਵੱਡਾ ਹੈ, ਉਸ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਹਿਜ ਗਿਆਨ ਕਰਕੇ ਸਮਾਉਣਾ ਹੋਇਆ ਹੈ ਸਾਡਾ। ਮੋਹ ਕੋ ਸਤਿਗੁਰ ਭਏ ਦਇਆਲ ਦੇਵ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਮਹਾਤਮਾ ਜਨੋ, ਨਾਮ ਜਪਣ ਵਾਲਿਓ, ਮੋਹ ਕੋ ਮੇਰੇ ਤਾਈ ਦੇਵ ਪੂਜਨੀਕ ਸਤਿਗੁਰੂ ਸਾਹਿਬ ਜੀ ਦਿਆਲੂ ਹੋਏ ਹਨ, ਕਿ ਦਿਆਲੂ ਹੋਣ ਕਰਕੇ ਕਾਟ ਜੇਵਰੀ ਕੀਓ ਦਾਸਰੋ, ਸੰਤ ਟਹਿਲ ਲਾਇਓ, ਕਿ ਮੇਰੀ ਬਾਸਨਾ ਰੂਪੀ ਜੰਮਣ ਮਰ ਰੂਪੀ ਹਉਮੈ ਦੀ ਜੇਵਰੀ, ਹਉਮੈ ਦੀ ਫਾਹੀ ਹੈ ਜਿਹੜੀ ਕੱਟ ਕਰਕੇ ਆਪਣਾ ਦਾਸਰੋ, ਆਪਣਾ ਸੇਵਕ ਬਣਾਉਣਾ ਕੀਤਾ ਹੈ। ਕਿ ਮੇਰੇ ਤਾਈ ਪੂਜਨੀਕ ਸਤਿਗੁਰੂ ਸਾਹਿਬ ਜੀ ਨੇ ਦਿਆਲੂ ਹੋਏ ਹਨ। ਦਿਆਲੂ ਹੋਣ ਕਰਕੇ ਮੇਰੀ ਬਾਸਨਾ ਰੂਪੀ ਜੰਮਣ ਮਰਨ ਰੂਪੀ ਹਉਮੈ ਦੀ ਜੇਵਰੀ, ਹਉਮੈ ਦੀ ਫਾਹੀ ਕੱਟ ਕਰਕੇ ਆਪਣਾ ਸੇਵਕ ਬਣਾਉਣਾ ਕੀਤਾ ਹੈ। ਅਤੇ ਸੰਤਨ ਟਹਿਲਾਇਓ, ਅਤੇ ਸੰਤ ਜਨਾਂ ਦੀ ਟਹਿਲਾਇਓ ਸੇਵਾ ਦੇ ਵਿੱਚ ਲਗਾ ਦਿੱਤਾ ਹੈ। ਏਕ ਨਾਮ ਕੋ ਥਿਓ ਪੁਜਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮੈਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਪੁਜਾਰੀ, ਪੂਜਕ ਭਾਵ ਪੂਜਾ ਕਰਨ ਵਾਲਾ ਬਣਾ ਦਿੱਤਾ ਮੇਰੇ ਗੁਰੂ ਨੇ। ਅਤੇ ਮੋਹ ਕੋ ਅਚਰਜ ਗੁਰ ਹੈ ਦਿਖਾਇਓ। ਮੋਹ ਕੋ ਮੈਨੂੰ ਗੁਰੂ ਸਾਹਿਬ ਜੀ ਨੇ ਇਹ ਅਚਰਜ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਭਇਓ ਪ੍ਰਗਾਸ ਸਰਬ ਉਜਿਆਰਾ। ਜਦੋਂ ਗੁਰਾਂ ਨੇ ਗੁਰ ਗਿਆਨ ਮਨਹਿ ਪ੍ਰਗਟਾਇਓ, ਜਦੋਂ ਗੁਰਾਂ ਨੇ ਮਨਹਿ ਮਨ ਦੇ ਵਿੱਚ ਗਿਆਨ ਪ੍ਰਗਟ ਕਰ ਦਿੱਤਾ, ਤਦੋਂ ਸਾਰਿਆਂ ਤਾਈਂ ਉਜਿਆਰਾ ਪ੍ਰਕਾਸ਼ ਕਰਨ ਵਾਲਾ ਬ੍ਰਹਮ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਗਿਆ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ। ਕਿ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਪੀਣ ਕਰਕੇ ਮਹਾਰਾਜ ਜੀ ਕਹਿਣ ਲੱਗੇ, ਸਾਡਾ ਹਿਰਦਾ ਤ੍ਰਿਪਤਿਆ ਰੱਜ ਗਿਆ ਹੈ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ। ਕਿ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦਾ ਨਾਮ ਨਾਉ ਪੀਣ ਕਰਕੇ ਮੇਰਾ ਹਿਰਦਾ ਰੱਜ ਗਿਆ ਹੈ, ਤ੍ਰਿਪਤਿਆ ਹੈ। ਅਤੇ ਅਨ ਭੈ ਠਹਿਰਾਇਓ। ਅਤੇ ਗੁਰੂ ਸਾਹਿਬ ਜੀ ਨੇ ਅਨ ਭੈ ਤੋਂ ਰਹਿਤ ਸਰੂਪ ਦੇ ਵਿੱਚ ਮੇਰੀ ਬਿਰਤੀ ਨੂੰ ਠਹਿਰਾ ਦਿੱਤਾ ਹੈ, ਟਿਕਾ ਦਿੱਤਾ ਹੈ। ਜਹ ਅਨਭਉ ਤਹ ਨਹੀਂ, ਜਹ ਭਉ ਤਹ ਹਰ ਨਾਹੀਂ। ਕਿ ਜਿਸ ਦੇ ਅੰਦਰ ਅਨਭਉ ਤਹ ਭੈ ਨਹੀਂ, ਜਿਸ ਦੇ ਅੰਦਰ ਅਨਭਉ ਭੈ ਤੋਂ ਰਹਿਤ ਪਰਮੇਸ਼ਰ ਵਸਦਾ ਹੈ, ਤਹ ਭੈ ਨਹੀਂ, ਉਸ ਦੇ ਅੰਦਰ ਡਰ ਨਹੀਂ।
ਜਹ ਭਉ ਜਿਸ ਦੇ ਅੰਦਰ ਡਰ ਹੈ, ਤਹ ਹਰ ਨਾਹੀ, ਉਸ ਦੇ ਅੰਦਰ ਹਰੀ ਪਰਮਾਤਮਾ ਨਹੀਂ ਵਸਦਾ। ਜਹ ਅਨਭਉ ਤਹ ਭੈ ਨਹੀਂ, ਜਹ ਜਿਸ ਦੇ ਅੰਦਰ ਕਿ ਅਨਭਉ ਭਉ ਤੋਂ ਰਹਿਤ ਪਰਮੇਸ਼ਰ ਵਸਦਾ ਹੈ, ਤਹ ਭੈ ਨਹੀਂ, ਉਸ ਦੇ ਅੰਦਰ ਡਰ ਨਹੀਂ ਰਹਿੰਦਾ। ਫਿਰ ਜਹ ਭਉ ਜਿਸ ਦੇ ਅੰਦਰ ਡਰ ਹੈ, ਤਹ ਹਰ ਨਾਹੀ, ਉਸ ਦੇ ਅੰਦਰ ਹਰੀ ਪਰਮੇਸ਼ਰ ਨਹੀਂ ਵਸਦਾ। ਕਹਿਓ ਕਬੀਰ ਵਿਚਾਰ ਕੈ, ਭਗਤ ਕਬੀਰ ਜੀ ਕਹਿਣ ਲੱਗੇ ਕਿ ਵਿਚਾਰ ਕੇ ਦੇਖੋ। ਸੰਤ ਸੁਨੋ ਮਨ ਮਾਹੀ, ਹੇ ਸੰਤ ਜਨੋ ਕਿ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ। ਜਿੱਥੇ ਅਨਭਉ ਪਰਮੇਸ਼ਰ ਹੈ ਭੈ ਤੋਂ ਰਹਿਤ, ਉੱਥੇ ਭੈ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ। ਭਉ ਤਹ, ਜਿੱਥੇ ਭਉ ਹੈ ਡਰ ਹੈ, ਹਰ ਨਾਹੇ, ਉੱਥੇ ਹਰੀ ਪਰਮੇਸ਼ਰ ਨਹੀਂ ਵਸਦਾ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨ ਭੈ ਠਹਿਰਾਇਓ, ਕਿ ਅਸੀਂ ਭੈ ਤੋਂ ਰਹਿਤ। ਕਿ ਮਹਾਰਾਜ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਭੈ ਤੋਂ ਰਹਿਤ ਸਰੂਪ ਵਿੱਚ ਮੇਰੀ ਬਿਰਤੀ ਨੂੰ ਠਹਿਰਾਇਓ, ਟਿਕਾ ਦਿੱਤਾ ਹੈ। ਮਾਨ ਆਗਿਆ ਸਰਬ ਸੁਖ ਪਾਏ, ਦੁਖ ਹੈ ਠਾਓ ਗਵਾਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਇਹ ਮਹਾਰਾਜ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਮਹਾਰਾਜ ਦੀ ਆਗਿਆ, ਮਹਾਰਾਜ ਦੀ ਰਜਾ ਮੰਨ ਕਰਕੇ ਲੋਕ ਪਰਲੋਕ ਦੇ ਸਰਬ ਸਾਰੇ ਸੁੱਖ ਪਾ ਲਏ ਹਨ। ਅਤੇ ਦੁੱਖ ਹੈ ਠਾਓ ਗਵਾਇਓ, ਅਤੇ ਦੁੱਖਾਂ ਦੀ ਠਾਓ ਥਾਂ ਜੋ ਅਗਿਆਨ ਸੀ ਉਹ ਵੀ ਗਵਾ ਦਿੱਤਾ ਹੈ, ਮੇਟ ਦਿੱਤਾ ਹੈ। ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ, ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ, ਜੋ ਜਦ ਪ੍ਰਭੂ ਠਾਕੁਰ ਸੁਆਮੀ ਸੋ ਪ੍ਰਸੰਨ ਭਲੀ ਪ੍ਰਕਾਰ ਖੁਸ਼ ਹੋਏ, ਤਾਂ ਸਭ ਆਨੰਦ ਰੂਪ ਦਿਖਾਇਓ। ਤਾਂ ਸਭ ਸਾਰਿਆਂ ਵਿੱਚ ਆਨੰਦ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਜਿਨ੍ਹਾਂ ਦੇ ਅੰਦਰ ਕਿ ਆਨੰਦ ਰੂਪ ਪਰਮੇਸ਼ਰ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਗੁਰਾਂ ਨੇ। ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ। ਕਿ ਜਿਨ੍ਹਾਂ ਦੇ ਅੰਦਰ ਆਨੰਦ ਸਰੂਪ ਪਰਮੇਸ਼ਰ ਪ੍ਰਗਟ ਕਰਕੇ ਗੁਰਾਂ ਨੇ ਦਿਖਾ ਦਿੱਤਾ ਹੈ। ਨਾ ਕਿਛ ਆਵਤ, ਵਾਸਤਵ ਵਿੱਚ ਨਾ ਹੀ ਕਿਸ ਕੋਈ ਜਨਮ ਧਾਰ ਕੇ ਆਉਂਦਾ ਹੈ। ਨਾ ਕਿਸ ਜਾਵਤ, ਅਤੇ ਨਾ ਹੀ ਕੋਈ ਮਰ ਕੇ ਕਿਤੇ ਜਾਂਦਾ ਹੈ। ਇਹ ਤਾਂ ਸਭ ਖੇਲ ਕੀਓ ਹਰ ਰਾਇਓ, ਇਹ ਤਾਂ ਹਰੀ ਰਾਜੇ ਨੇ, ਉਸ ਪਰਮੇਸ਼ਰ ਨੇ ਸਾਰਾ ਖੇਲ ਹੀ ਕੀਤਾ ਹੋਇਆ ਹੈ। ਇਹ ਸੰਸਾਰ ਦੀ ਜਿਹੜੀ ਖੇਲ ਹੈ ਇਹ ਬਾਜੀ ਪਾਈ ਹੋਈ ਹੈ। ਕਹੋ ਨਾਨਕ ਆਗਮ ਅਗਮ ਹੈ ਠਾਕੁਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਸੁਆਮੀ ਵਾਹਿਗੁਰੂ ਸ਼ਾਸਤਰਾਂ ਕਰਕੇ ਅਗਮ ਹੰਗਤਾ ਤੋਂ ਰਹਿਤ, ਅਤੇ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਵੀ ਗਮਤਾ ਤੋਂ ਰਹਿਤ ਹੈ। ਭਗਤ ਟੇਕ ਹਰ ਨਾਇਓ, ਭਗਤ ਜਨਾਂ ਨੂੰ, ਸੇਵਕ ਜਨਾਂ ਨੂੰ ਤਾਂ ਇੱਕ ਹਰੀ ਦੇ ਨਾਮ ਦੀ ਹੀ ਟੇਕ ਹੈ, ਓਟ ਹੈ। ਭਗਤ ਟੇਕ ਹਰ ਨਾਇਓ, ਕਿ ਭਗਤ ਜਨਾਂ ਨੂੰ ਤਾਂ ਇੱਕ ਹਰੀ ਦੇ ਨਾਂ ਦੀ ਹੀ ਟੇਕ ਹੈ, ਓਟ ਹੈ। ਗੌੜੀ ਮਹੱਲਾ ਪੰਜਵਾ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਾਨ ਤਾਂ ਕੀ ਓਟ ਗਹੀਜੈ ਰੇ। ਜਿਨ ਧਾਰੇ ਬ੍ਰਹਮੰਡ ਖੰਡ ਹਰ, ਤਾਂ ਕੋ ਨਾਮ ਜਪੀਜੈ ਰੇ। ਰਹਾਉ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਜੋ ਪ੍ਰਭ ਕਰੈ ਸੋਈ ਭਲ ਮਾਨਹੁ, ਸੁਖ ਦੁਖ ਉਹੀ ਧਿਆਈਐ ਰੇ। ਕੋਟ ਪਤਤ ਉਧਾਰੇ ਖਿਨ ਮੈਂ, ਕਰਤੇ ਬਾਰ ਨ ਲਾਗੈ ਰੇ। ਦੀਨ ਦਰਦ ਦੁਖ ਭੰਜਨ ਸੁਆਮੀ,
जिस भावै तिस हे नवाजै रे। सब को मात पिता प्रतिपालक, जी प्राण सुख सागर रे। देंदे टोट नाही तिस करते, पूर रहयो रतनागर रे। जाचक जाचै नाम तेरा स्वामी, घट घट अंतर सोई रे। नानक दास ताकी सरनाई, जाते बिरथा ना कोई रे। नानक दास ताकी सरनाई, जाते बिरथा ना कोई रे। गुरु अर्जन देव महाराज जी बड़े ही प्यार दे नाल संगतां नूं बाणी द्वारा उपदेश बख्शिश कर रहे हैं, समझा रहे हैं। महाराज जी पार ब्रह्म पूर्ण परमेश्वर, ਜਿਹੜਾ परमेश्वर ਜਿਹੜਾ परमात्मा पार ब्रह्म प्रकृति तो परे, पापां पुन्नां तो परे, सारे ब्रह्म ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਾਰਿਆਂ ਜੀਵਾਂ ਨੂੰ ਰੋਜੀ ਰੋਟੀ ਦੇ ਕੇ ਪੂਰਤੀ ਕਰਨ ਵਾਲਾ ਹੈ। ਮਨ ਤਾਂ ਕੀ ਓਟ ਗਹੀਜੈ ਰੇ। ਹੇ ਮੇਰੇ ਮਨਾ, ਤੂੰ ਉਸ ਪਰਮੇਸ਼ਰ ਦੀ ਹੀ ਓਟ ਟੇਕ ਨੂੰ ਗ੍ਰਹਿਣ ਕਰ। ਗਹੀਜੈ ਗ੍ਰਹਿਣ ਕਰਨਾ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀਜੈ ਰੇ। ਕਿ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਪਰਮੇਸ਼ਰ ਪਰਮਾਤਮਾ ਪਾਰ ਬ੍ਰਹਮ ਪ੍ਰਕਿਰਤੀ ਤੋਂ ਪਰੇ, ਪਾਪਾਂ ਪੁੰਨਾਂ ਤੋਂ ਪਰੇ, ਸਾਰੇ ਵਿਆਪਕ ਸਰੂਪ ਹੈ ਅਤੇ ਸਾਰਿਆਂ ਜੀਵਾਂ ਨੂੰ ਰੋਜੀ ਰੋਟੀ ਦੇ ਕੇ ਪੂਰਤੀ ਕਰਨ ਵਾਲਾ ਹੈ। ਮਨ ਤਾਂ ਕੀ ਓਟ ਗਹੀਜੈ ਰੇ। ਹੇ ਮੇਰੇ ਮਨਾ, ਤੂੰ ਉਸ ਪਰਮੇਸ਼ਰ ਦੀ ਹੀ ਓਟ ਟੇਕ ਨੂੰ ਗ੍ਰਹਿਣ ਕਰ। ਜਿਨ ਧਾਰੇ ਬ੍ਰਹਿਮੰਡ ਖੰਡ ਹਰ। ਜਿਸ ਹਰ ਹਰੀ ਪਰਮੇਸ਼ਰ ਨੇ ਬ੍ਰਹਿਮੰਡ, ਗੋਲਾਕਾਰ ਸੰਸਾਰ ਅਤੇ 9 ਖੰਡ ਧਰਤੀ ਦੇ ਭਾਗ ਟੁਕੜੇ ਆਪਣੇ ਆਸਰੇ ਧਾਰਨ ਕੀਤੇ ਹੋਏ ਹਨ। ਬ੍ਰਹਿਮੰਡ ਦੀ ਨਿਆਈ ਬੈਰਾਟ ਰੂਪ ਅਤੇ ਖੰਡ ਦੀ ਨਿਆਈ ਇਹ ਸਥੂਲ ਸਰੀਰ ਸਭ ਆਪ ਦੇ ਆਸਰੇ ਧਾਰਨ ਕੀਤੇ ਹੋਏ ਹਨ। ਇਸ ਲਈ ਤਾਂ ਕੋ ਨਾਮ ਜਪੀਜੈ ਰੇ। ਇਸ ਲਈ ਰੇ ਦਾ ਅਰਥ ਹੈ ਹੇ ਮਨਾ, ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਕਿ ਜਿਸ ਪਰਮੇਸ਼ਰ ਨੇ, ਹਰੀ ਨੇ ਬ੍ਰਹਿਮੰਡ ਗੋਲਾਕਾਰ ਸੰਸਾਰ ਨੂੰ 9 ਖੰਡ ਧਰਤੀ ਭਾਗ ਨੂੰ ਆਪਣੇ ਆਸਰੇ ਧਾਰਨ ਕੀਤਾ ਹੋਇਆ ਹੈ। ਕਿ ਹੇ ਮਨਾ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਨ ਕੀ ਮਤ ਤਿਆਗੋ ਹਰ ਜਨ। ਹੇ ਹਰੀ ਦੇ ਜਨੋ ਸੇਵਕੋ, ਆਪਣੇ ਮਨ ਆਪਣੇ ਅੰਤਸ ਕਰਨ, ਆਪਣੇ ਹਿਰਦੇ ਦੀ ਮਤ ਆਕਲ ਤਿਆਗਣਾ ਕਰੋ, ਛੱਡਣਾ ਕਰੋ। ਕਿਉਂਕਿ ਹੁਕਮ ਬੂਝ ਸੁਖ ਪਾਈਐ ਰੇ। ਕਿਉਂਕਿ ਉਸ ਪਰਮੇਸ਼ਰ ਦਾ ਹੁਕਮ, ਉਸ ਪਰਮੇਸ਼ਰ ਦਾ ਭਾਣਾ ਸਮਝ ਕੇ ਹੀ ਆਗਿਆ ਆਨੰਦ ਪਾਈਦਾ ਹੈ। ਮਨ ਕੀ ਮਤ ਤਿਆਗੋ ਹਰ ਜਨ। ਹੇ ਹਰੀ ਦੇ ਜਨੋ ਸੇਵਕੋ, ਆਪਣੇ ਮਨ ਦੀ, ਆਪਣੇ ਹਿਰਦੇ ਦੀ ਮਤ ਆਕਲ ਨੂੰ ਛੱਡਣਾ ਕਰੋ। ਕਿਉਂਕਿ ਉਸ ਦਾ ਹੁਕਮ, ਉਸ ਦਾ ਭਾਣਾ ਸਮਝ ਕੇ ਹੀ ਆਗਿਆ ਪਾਈਦੀ ਹੈ, ਸੁਖ ਪਾਈਦਾ ਹੈ, ਆਨੰਦ ਪਾਈਦਾ ਹੈ। ਕਿ ਉਸ ਪਰਮੇਸ਼ਰ ਦਾ ਭਾਣਾ ਮੰਨਣਾ ਕਰ, ਕਿ ਉਸ ਦਾ ਹੁਕਮ ਮੰਨਣਾ ਕਰ। ਜੋ ਪ੍ਰਭ ਕਰੈ ਸੋਈ ਭਲ ਮਾਨੋ। ਹੈ ਭਾਈ, ਜਿਹੜਾ ਕੁਝ ਵੀ ਪ੍ਰਭੂ ਵਾਹਿਗੁਰੂ ਕਰ ਰਿਹਾ ਹੈ ਸੋਈ ਹੁੰਦਾ, ਉਸ ਨੂੰ ਭਲਾ ਕਰਕੇ, ਚੰਗਾ ਕਰਕੇ ਮੰਨਣਾ ਕਰੋ। ਅਤੇ ਸੁਖ ਦੁੱਖ ਉਹੀ ਧਿਆਈਐ ਰੇ। ਅਤੇ ਸੁਖ ਵੇਲੇ ਦੁੱਖ ਵੇਲੇ ਉਹੀ ਉਸੇ ਵਾਹਿਗੁਰੂ ਨੂੰ ਧਿਆਉਣਾ ਕਰੋ। ਜੋ ਪ੍ਰਭ ਕਰੈ ਸੋਈ ਭਲ ਮਾਨੋ। ਕਿ
हे ਭਾਈ ਜਿਹੜਾ ਕੁਝ ਵੀ ਵਾਹਿਗੁਰੂ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਚੰਗਾ ਕਰਕੇ ਮੰਨਣਾ ਕਰੋ ਅਤੇ ਸੁੱਖ ਦੁੱਖ ਉਹੀ ਧਿਆਈਐ ਰੇ। ਸੁੱਖ ਵੇਲੇ ਵੀ ਦੁੱਖ ਵੇਲੇ ਵੀ ਉਸੇ ਵਾਹਿਗੁਰੂ ਨੂੰ ਧਿਆਉਣਾ ਕਰੋ, ਕਿਉਂਕਿ ਉਸ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਸ ਨੂੰ ਹੁਕਮ ਨੂੰ ਮੰਨਣਾ ਕਰੋ। ਉਸ ਦੇ ਭਾਣੇ ਨੂੰ ਸਮਝ ਕੇ ਉਸ ਦੇ ਹੁਕਮ ਨੂੰ ਮੰਨਣਾ ਕਰੋ ਕਿ ਹਰੀ ਦੇ ਜਨੋਂ ਆਪਣੇ ਮਨ ਦੀ ਮੱਤ ਨੂੰ ਅਕਲ ਨੂੰ ਛੱਡ ਕੇ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਤਾਂ ਆਗਿਆ ਨੂੰ ਪਾਈਂਦਾ ਹੈ। ਕੋਟ ਪਤਤ ਉਧਾਰੇ ਖਿਨ ਮੈਂ। ਹੇ ਭਾਈ ਉਸ ਵਾਹਿਗੁਰੂ ਨੇ ਕੋਟ ਕਰੋੜਾਂ ਹੀ ਪਤਤ ਪਾਪੀ ਇੱਕ ਖਿਨ ਵਿੱਚ ਹੀ ਉਧਾਰ ਦਿੱਤੇ ਹਨ। ਕਰਤੇ ਵਾਰ ਨਾ ਲਾਗੈ ਰੇ, ਕਿ ਉਸ ਕਰਤੇ ਕਰਨ ਵਾਲੇ ਕਰਤੇ ਪੁਰਖ ਨੂੰ ਉਧਾਰਨ ਲੱਗਿਆਂ ਦੇਰੀ ਨਹੀਂ ਲੱਗਦੀ। ਕੋਟ ਪਤਤ ਉਧਾਰੇ ਖਿਨ ਮੈਂ, ਕਰਤੇ ਵਾਰ ਨਾ ਲਾਗੈ ਰੇ। ਹੈ ਭਾਈ ਉਸ ਵਾਹਿਗੁਰੂ ਨੂੰ ਕਰੋੜਾਂ ਹੀ ਪਤਤ ਪਾਪੀ ਇੱਕ ਖਿਨ ਵਿੱਚ ਉਧਾਰ ਦਿੱਤੇ ਹਨ। ਉਸ ਕਰਤੇ ਉਸ ਕਰਨ ਵਾਲੇ ਕਰਤੇ ਪੁਰਖ ਅਕਾਲ ਪੁਰਖ ਨੂੰ ਉਧਾਰਨ ਲੱਗਿਆਂ ਭਾਵ ਉਧਾਰ ਕਰਦਿਆਂ ਦੇਰੀ ਨਹੀਂ ਲੱਗਦੀ। ਦੀਨ ਦਰਦ ਦੁੱਖ ਭੰਜਨ ਸੁਆਮੀ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਉਹ ਤਾਂ ਦੀਨ ਗਰੀਬਾਂ ਦੇ ਦਰਦ ਹੁੰਦਾ ਪੀੜਾ ਨੂੰ ਅਤੇ ਜੰਮਣ ਮਰ ਰੂਪੀ ਦੁੱਖ ਨੂੰ ਕਸ਼ਟ ਨੂੰ ਭੰਜਨ ਭਾਵ ਭੰਜਨ ਵਾਲਾ ਕਿ ਨਾਸ ਕਰਨ ਵਾਲਾ ਮਾਲਕ ਪਰਮੇਸ਼ਰ ਹੀ ਹੈ। ਦੀਨ ਦਰਦ ਦੁੱਖ ਭੰਜਨ ਸੁਆਮੀ। ਹੇ ਭਾਈ ਉਹ ਤਾਂ ਦੀਨ ਗਰੀਬਾਂ ਦੇ ਦਰਦ ਪੀੜਾ ਨੂੰ ਅਤੇ ਜੰਮਣ ਮਰ ਰੂਪੀ ਕਸ਼ਟ ਨੂੰ ਭੰਜਨ ਵਾਲਾ ਹੈ, ਨਾਸ ਕਰਨ ਵਾਲਾ ਸੁਆਮੀ ਪਰਮੇਸ਼ਰ ਹੈ। ਜਿਸ ਭਾਵੈ ਤਿਸ ਹੇ ਨਿਵਾਜੈ ਰੇ, ਕਿ ਜਿਸ ਦੀ ਉਸ ਨੂੰ ਸਰਦਾ ਭਗਤੀ ਭਾਵੈ ਭਾ ਜਾਂਦੀ ਹੈ, ਚੰਗੀ ਲੱਗਦੀ ਹੈ। ਕਿ ਉਸ ਪਰਮੇਸ਼ਰ ਨੂੰ ਜਿਸ ਦੀ ਸਰਦਾ ਜਾਂ ਭਗਤੀ ਭਾ ਜਾਂਦੀ ਹੈ, ਚੰਗੀ ਲੱਗਦੀ ਹੈ। ਤਿਸ ਹੈ ਨਵਾਜੈ ਰੇ, ਕਿ ਉਸ ਨੂੰ ਨਵਾਜੈ ਨਵਾਜ ਲੈਂਦਾ ਹੈ, ਉਸ ਨੂੰ ਵਡਿਆਈਆਂ ਦਿੰਦਾ ਹੈ। ਸਭ ਕੋ ਮਾਤ ਪਿਤਾ ਪ੍ਰਤਪਾਲਕ। ਹੇ ਭਾਈ ਉਹ ਪਰਮੇਸ਼ਰ ਸਾਰਿਆਂ ਦਾ ਮਾਤ ਪਿਤਾ, ਮਾਤਾ ਪਿਤਾ ਦੀ ਨਿਆਈ ਪ੍ਰਤਪਾਲਕ ਪਾਲਣਾ ਪੋਸਣਾ ਕਰਨ ਵਾਲਾ ਹੈ। ਜੀ ਪ੍ਰਾਨ ਸੁਖ ਸਾਗਰ ਰੇ, ਉਹ ਸਾਰੇ ਜੀ ਜੀਵਾਂ ਨੂੰ ਪ੍ਰਾਨ ਸਵਾਸ ਦੇਣ ਵਾਲਾ, ਸੂਖਮ ਸਰੀਰ ਅਸਥੂਲ ਸਰੀਰ ਦੇਣ ਵਾਲਾ, ਸੁੱਖਾਂ ਦਾ ਸਾਗਰ ਸੁੱਖਾਂ ਦਾ ਸਮੁੰਦਰ ਹੈ। ਦੇਂਦੇ ਤੋਟ ਨਾਹੀ ਤਿਸ ਕਰਤੇ। ਹੇ ਭਾਈ ਉਸ ਕਰਤੇ ਰਚਨਹਾਰ ਪਰਮੇਸ਼ਰ ਦੇ ਦਾਤ ਦਿੰਦਿਆਂ ਤੋਟ ਘਾਟਾ ਨਹੀਂ ਆਉਂਦਾ। ਉਹ ਹਰੇਕ ਨੂੰ ਰੋਜੀ ਰੋਟੀ ਦੇ ਕੇ ਪੂਰਤੀ ਕਰ ਰਿਹਾ ਹੈ ਅਤੇ ਪੂਰ ਰਹਿਓ ਰਤਨਾਗਰ ਰੇ, ਅਤੇ ਸੋਭ ਗੁਣਾ ਰੂਪੀ ਰਤਨਾਗਰ ਰਤਨਾ ਦੀ ਖਾਣ ਸਭ ਗੁਣਾਂ ਦਾ ਸਮੁੰਦਰ ਹੈ। ਉਹ ਹਰੇਕ ਨੂੰ ਰੋਜੀ ਰੋਟੀ ਦੇ ਕੇ ਪੂਰਤੀ ਕਰ ਰਿਹਾ ਹੈ। ਜਾਚਕ ਜਾਚੈ ਨਾਮ ਤੇਰਾ ਸੁਆਮੀ। ਹੇ ਪ੍ਰਮਾਤਮਾ ਇਸ ਪ੍ਰਕਾਰ ਭਿੱਖਕ ਹੋ ਕੇ ਹੀ ਮੰਗਦੇ ਹਾਂ ਕਿ ਹੇ ਸੁਆਮੀ ਮਾਲਕ ਪਰਮੇਸ਼ਰ, ਮੈਂ ਜਾਚਕ ਮੈਂ ਮੰਗਤਾ ਬਣ ਕੇ ਤੁਹਾਡਾ ਨਾਮ ਹੀ ਮੰਗਦਾ ਹਾਂ, ਤੁਹਾਡਾ ਨਾਮ ਹੀ ਚਾਹੁੰਦਾ ਹਾਂ। ਕਿਉਂਕਿ ਘਟ ਘਟ ਅੰਤਰ ਸੋਈ ਰੇ, ਕਿਉਂਕਿ ਉਹੀ ਕੇਵਲ ਤੇਰਾ ਸਰੂਪ ਹੀ ਚਾਰੇ ਖਾਣੀਆਂ ਦੇ ਘਟ ਘਟ ਘਟਾਂ ਘਟਾਂ ਦੇ ਅੰਦਰ ਵਿਆਪਕ ਹੈ। ਜਾਚਕ ਜਾਚੈ ਨਾਮ ਤੇਰਾ ਸੁਆਮੀ। ਇਸ ਪ੍ਰਕਾਰ ਭਿੱਖਕ ਹੋ ਕੇ ਭਿੱਖਿਆ ਲੈਣ ਵਾਲਾ ਬਣ ਕੇ ਇਹ ਮੰਗੀਏ ਕਿ ਹੇ ਸੁਆਮੀ ਮਾਲਕ ਪਰਮੇਸ਼ਰ, ਮੈਂ ਜਾਚਕ ਮੈਂ ਮੰਗਤਾ ਬਣ ਕੇ ਤੁਹਾਡਾ ਨਾਮ ਹੀ ਮੰਗਦਾ ਹਾਂ, ਤੁਹਾਡਾ ਨਾਮ ਹੀ ਚਾਹੁੰਦਾ ਹਾਂ।
ਕਿਉਂਕਿ ਉਹੀ ਕੇਵਲ ਤੇਰਾ ਸਰੂਪ ਹੀ ਚਾਰੇ ਖਾਣੀਆਂ ਦੇ ਘਟਾਂ ਘਟਾਂ ਦੇ ਅੰਦਰ ਵਿਆਪਕ ਹੈ, ਵਰਤ ਰਿਹਾ ਹੈ। ਅੰਡਜ ਜੇਰਜ ਸੇਤਜ ਉਤਪੁਜ ਚਾਰੇ ਖਾਣੀਆਂ ਦੇ ਵਿੱਚ ਕਿ ਸਭ ਦੇ ਅੰਦਰ ਤੂੰ ਹੀ ਵਰਤ ਰਿਹਾ ਹੈ। ਨਾਨਕ ਦਾਸ ਤਾਂ ਕੀ ਸਰਣਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਦਾਸਾ ਭਾਵ ਧਾਰਨ ਕਰਕੇ, ਸੇਵਕੀ ਭਾਵ ਧਾਰਨ ਕਰਕੇ ਉਸ ਵਾਹਿਗੁਰੂ ਦੀ ਸਰਨਾਈ ਸਰਨ ਵਿੱਚ ਆਏ ਹਾਂ, ਜਿਸ ਵਾਹਿਗੁਰੂ ਦੇ ਦਰ ਤੋਂ ਕੋਈ ਇੱਕ ਵੀ ਬਿਰਥਾ ਜਾਂ ਤੇ ਬਿਰਥਾ ਨਾ ਕੋਈ ਰੇ। ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਦਾਸਾ ਭਾਵ ਸੇਵਕੀ ਭਾਵ ਧਾਰਨ ਕਰਕੇ ਉਸ ਵਾਹਿਗੁਰੂ ਦੀ ਸਰਨਾਈ ਸਰਨ ਵਿੱਚ ਆਏ ਹਾਂ, ਜਿਸ ਵਾਹਿਗੁਰੂ ਦੇ ਦਰ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ, ਭਾਵ ਉਹ ਸਭਨਾਂ ਨੂੰ ਦਾਤਾਂ ਦਿੰਦਾ ਹੈ। ਜਿਸ ਵਾਹਿਗੁਰੂ ਦੇ ਦਰ ਵਿੱਚ ਜਾਣ 'ਤੇ ਕੋਈ ਅਵਿਦਿਆ ਆਦਿਕ ਪੀੜਾ ਨਹੀਂ ਹੁੰਦੀ, ਕਿ ਉਸੇ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਹਾਂ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬੂ ਨਾ ਮਨੋ ਬਿਸਾਰੇ। ਈਹਾ ਊਹਾ ਸਰਬ ਸੁਖ ਦਾਤਾ, ਸਗਲ ਘਟਨਾ ਪ੍ਰਤਪਾਰੇ ਰਹਾਉ। ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ। ਸੀਤਲ ਸਾਤ ਸੂਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਗਰਭ ਕੁੰਡ ਨਰਕ ਤੇ ਰਾਖੈ, ਭਵ ਜਲ ਪਾਰ ਉਤਾਰੇ। ਚਰਨ ਕਮਲ ਅਰਾਧਤ ਮਨ ਮੈਂ, ਜਮ ਕੀ ਤਰਾਸ ਬਿਦਾਰੇ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਉੱਚਾ ਅਗਮ ਅਪਾਰੇ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ। ਕਾਮ ਕ੍ਰੋਧ ਲੋਭ ਮੋਹਿ ਮਨ ਲੀਨੋ, ਨਿਰਗੁਣ ਕੇ ਦਾਤਾਰੇ। ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਹਾਰੇ। ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਹਾਰੇ। 210 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਰਾਗ ਗੌੜੀ ਸ਼ੁੱਧ ਅਤੇ ਪੂਰਬੀ ਗੌੜੀ ਨੂੰ ਮਿਲਾ ਕੇ ਪੰਜਵੇਂ ਪਾਤਸ਼ਾਹ ਜੀ ਸ਼ੁਭ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਜੋ ਸਾਰਿਆਂ ਨੂੰ ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹਰ ਹਰ ਕਬੂ ਨਾ ਮਨੋ ਵਿਸਾਰੇ। ਹੇ ਜੀਵ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਕਬਹੂ ਕਦੇ ਵੀ ਆਪਣੇ ਮਨੋਂ ਮਨ ਵਿੱਚੋਂ ਵਿਸਾਰੇ ਭੁਲਾਉਣਾ ਨਾ ਕਰੀਏ। ਹਰ ਹਰ ਕਬਹੂ ਨਾ ਮਨੋ ਵਿਸਾਰੇ। ਹੇ ਜੀਵ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਕਦੇ ਵੀ ਆਪਣੇ ਮਨ ਵਿੱਚੋਂ ਭੁਲਾਉਣਾ ਨਾ ਕਰੀਏ। ਈਹਾ ਊਹਾ ਸਰਬ ਸੁਖ ਦਾਤਾ, ਜੋ ਈਹਾ ਊਹਾ ਲੋਕ ਪਰਲੋਕ ਵਿੱਚ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ ਅਤੇ ਸਗਲ ਘਟਾਂ ਪ੍ਰਤਪਾਰੇ, ਅਤੇ ਸਗਲ ਘਟਾਂ ਸਾਰਿਆਂ ਸਰੀਰਾਂ ਤਾਈਂ ਪ੍ਰਤਪਾਰੈ ਪਾਲਣਾ ਕਰਨ ਵਾਲਾ ਹੈ, ਕਿ ਉਸ ਪਰਮੇਸ਼ਰ ਨੂੰ ਕਦੇ ਵੀ ਮਨ ਵਿੱਚੋਂ ਭੁਲਾਉਣਾ ਨਾ ਕਰੀਏ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ। ਰਸਨਾ ਨਾਮ ਚਿਤਾਰੇ।
ਕਿ ਪ੍ਰੀਤ ਰੂਪੀ ਰਸਨਾ, ਪ੍ਰੀਤ ਰੂਪੀ ਜਿਹਬਾ ਨਾਲ ਉਸ ਦੇ ਨਾਮ ਨੂੰ ਚਿਤਾਰਨਾ ਕਰਕੇ, ਉਚਾਰਨੇ ਕਰਕੇ ਪਰਮੇਸ਼ਰ ਬਹੁਤ ਵੱਡੇ ਮਹਾ ਕਸ਼ਟ ਕਾਟੈ ਖਿਨ ਭੀਤਰ, ਕਿ ਪਰਮੇਸ਼ਰ ਬਹੁਤ ਵੱਡੇ ਕਸ਼ਟ ਦੁੱਖਾਂ ਨੂੰ ਛਿਨ ਵਿੱਚ ਹੀ ਕੱਟ ਦਿੰਦਾ ਹੈ। ਅੱਖ ਦੇ ਝਮਕਣੇ ਜਿਤਨੇ ਸਮੇਂ ਦੇ ਵਿੱਚ ਹੀ ਕੱਟ ਦਿੰਦਾ ਹੈ, ਪਰ ਕੱਟਦਾ ਹੈ ਪ੍ਰੇਮ ਕਰਨ ਨਾਲ, ਪ੍ਰੀਤੀ ਕਰਨ ਨਾਲ, ਨਾਮ ਜਪਣ ਦੇ ਨਾਲ। ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਜਪਾਰੇ, ਕਿ ਪ੍ਰੀਤੀ ਰੂਪੀ ਰਸਨਾ ਜਿਹਬਾ ਨਾਲ ਉਸ ਦੇ ਨਾਮ ਨੂੰ ਚਿਤਾਰਨਾ ਕਰੀਏ, ਕਿ ਉਚਾਰਨੇ ਕਰਕੇ ਪਰਮੇਸ਼ਰ ਬਹੁਤ ਵੱਡੇ ਕਸ਼ਟ ਇੱਕ ਛਿਨ ਵਿੱਚ ਹੀ ਕੱਟ ਦਿੰਦਾ ਹੈ। ਇਤਨੀ ਨਾਮ ਦੀ ਵਡਿਆਈ ਹੈ ਕਿ ਪਰਮੇਸ਼ਰ ਦਾ ਨਾਮ ਜੀਵ ਦੇ ਨਾਲ, ਪ੍ਰੇਮ ਦੇ ਨਾਲ ਜਪਣੇ ਕਰਕੇ ਇੱਕ ਛਿਨ ਦੇ ਵਿੱਚ ਕਿ ਵੱਡੇ ਤੋਂ ਵੱਡੇ ਦੁੱਖ ਕੱਟ ਦਿੰਦਾ ਹੈ। ਤੇ ਦੁੱਖ ਕੱਟ ਕੇ ਫਿਰ ਸੀਤਲ ਸਾਥ ਸੂਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਜਿਹੜੇ ਪੁਰਖ ਪਰਮੇਸ਼ਰ ਦੀ ਸਰਨੀ, ਪਰਮੇਸ਼ਰ ਦੀ ਓਟ ਵਿੱਚ ਪੈਂਦੇ ਹਨ, ਉਹ ਆਤਮਾਨੰਦ ਰੂਪੀ ਸੁੱਖ ਨੂੰ ਪ੍ਰਾਪਤ ਕਰਕੇ ਸ਼ਾਂਤ, ਆਮਨ, ਚੈਨ ਦੇ ਸਹਿਤ ਸੀਤਲ ਠੰਡੇ ਹੋ ਗਏ ਹਨ ਅਤੇ ਜਲਤੀ ਅਗਨ ਨਿਵਾਰੇ। ਅਤੇ ਪਹਿਲਾਂ ਜੋ ਤ੍ਰਿਸ਼ਨਾ ਦੀ, ਕਾਲ ਦੀ, ਕ੍ਰੋਧ ਦੀ, ਈਰਖਾ ਆਦਿਕ ਦੀ ਅੱਗ ਜਲਦੀ ਪਈ ਸੀ, ਉਹ ਸਾਰੀ ਨਿਵਰਤ ਹੋ ਗਈ ਹੈ। ਜਿਹੜੇ ਪੁਰਸ਼ ਪਰਮੇਸ਼ਰ ਦੀ ਓਟ ਵਿੱਚ ਪੈਂਦੇ ਹਨ, ਉਹ ਆਤਮਾਨੰਦ ਰੂਪੀ ਸੁੱਖ ਨੂੰ ਪ੍ਰਾਪਤ ਕਰਕੇ ਆਮਨ ਚੈਨ ਦੇ ਸਹਿਤ ਠੰਡੇ ਹੋ ਗਏ ਹਨ। ਅਤੇ ਪਹਿਲਾਂ ਜੋ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਸੀ, ਉਹ ਸਾਰੀ ਨਿਵਰਤ ਹੋ ਗਈ ਹੈ। ਗਰਭ ਕੁੰਡ ਨਰਕ ਤੇ ਰਾਖੈ, ਭਾਵ ਜਲ ਪਾਰ ਉਤਾਰੇ। ਉਹ ਪਰਮੇਸ਼ਰ ਮਾਤਾ ਦੇ ਗਰਭ, ਮਾਤਾ ਦੇ ਕੁੱਖ ਰੂਪੀ ਕੁੰਡ, ਕੁੱਖ ਰੂਪੀ ਟੋਏ ਅਤੇ ਨਰਕ ਤੋਂ ਰੱਖਣ ਵਾਲਾ ਅਤੇ ਭਾਵ ਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਗਰਭ ਕੁੰਡ ਨਰਕ ਤੇ ਰਾਖੈ, ਭਾਵ ਜਲ ਪਾਰ ਉਤਾਰੇ, ਕਿ ਉਹ ਪਰਮੇਸ਼ਰ ਮਾਤਾ ਦੇ ਗਰਭ, ਭਾਵ ਕੁੱਖ ਰੂਪੀ ਕੁੰਡ ਅਤੇ ਨਰਕ ਤੋਂ ਰੱਖਣ ਵਾਲਾ ਹੈ। ਭਾਵ ਜਲ ਪਾਰ ਉਤਾਰੇ, ਭਾਵ ਜਲ ਸੰਸਾਰ ਸਮੁੰਦਰ ਤੋਂ ਵੀ ਪਾਰ ਉਤਾਰੇ, ਪਾਰ ਉਤਾਰਾ ਕਰਨ ਵਾਲਾ ਹੈ। ਹੇ ਮਹਾਰਾਜ, ਜਿਵੇਂ ਤੁਸੀਂ, ਮਹਾਰਾਜ ਜੀ ਕਹਿਣ ਲੱਗੇ ਮੈਨੂੰ ਮਾਤਾ ਦੇ ਗਰਭ, ਮਾਤਾ ਦੇ ਪੇਟ ਵਿੱਚ ਸੰਭਾਲਣਾ ਕੀਤਾ ਹੈ, ਇਵੇਂ ਹੀ ਪਾਪੀ ਪੁਰਸ਼ਾਂ ਦੇ ਦੇਸ਼ ਤੋਂ ਰੱਖਿਆ ਕਰਨੀ ਤੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਉਤਾਰ ਦੇਣਾ। ਚਰਨ ਕਮਲ ਅਰਾਧਤ ਮਨ ਮੈਂ, ਜਮ ਕੀ ਤਰਾਸ ਬਿਦਾਰੇ। ਮਹਾਰਾਜ ਜੀ ਕਹਿਣ ਲੱਗੇ ਜਿਹੜੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਆਰਾਧਨਾ ਕਰਦੇ ਹਨ, ਚੇਤੇ ਕਰਦੇ ਹਨ। ਚਰਨ ਕਮਲ ਅਰਾਧਤ ਮਨ ਮੈਂ, ਜਿਹੜੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ, ਭਾਵ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਚੇਤੇ ਕਰਦੇ ਹਨ, ਆਰਾਧਦੇ ਹਨ। ਜਮ ਕੀ ਤਰਾਸ ਵਿਦਾਰੇ, ਪਰਮੇਸ਼ਰ ਉਸ ਦੇ ਮਨ ਵਿੱਚੋਂ ਜਮਾ ਦੀ ਤਰਾਸ, ਜਮਾ ਦੀ ਖੌਫਤਾਈ, ਜਮਾ ਦਾ ਡਰ ਨਾਸ ਕਰ ਦਿੰਦੇ ਹਨ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਉੱਚਾ ਅਗਮ ਅਪਾਰੇ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਉੱਚਾ ਅਗਮ ਅਪਾਰੇ, ਜੋ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ। ਪਾਰ ਬ੍ਰਹਮ, ਉਪਾਧੀ ਰਹਿਤ ਵਿਆਪਕ ਪਰਮੇਸ਼ਰ ਵਾਹਿਗੁਰੂ, ਸਭ ਤੋਂ ਉੱਚਾ, ਸ੍ਰੇਸ਼ਟ, ਉੱਤਮ, ਮਨ ਦੇ ਸੰਕਲਪਾਂ ਵਿਕਲਪਾਂ ਦੀ ਗੰਮਤਾ ਤੋਂ ਰਹਿਤ ਹੈ।
ਤੇ ਪਾਰਾਵਾਰ ਤੋਂ ਰਹਿਤ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ। ਜਿਹੜਾ ਸੁਖ ਆਨੰਦ ਦੇ ਸਾਗਰ ਸਮੁੰਦਰ ਪਰਮੇਸ਼ਰ ਦੇ ਗੁਣ ਜਸ ਨੂੰ ਰਸਨਾ ਨਾਲ ਗਾਉਂਦਾ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ, ਜਿਹੜਾ ਸੁੱਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਦੇ ਜਸ ਨੂੰ ਰਸਨਾ ਨਾਲ ਗਾਉਂਦਾ ਹੈ, ਮਨ ਨਾਲ ਧਿਆਉਂਦਾ ਹੈ, ਉਹ ਜੂਐ ਜਨਮ ਨਾ ਹਾਰੇ। ਉਹ ਜੂਏ ਛਲ ਰੂਪੀ ਸੰਸਾਰ ਵਿੱਚ ਆਪਣੇ ਮਨੁੱਖਾ ਜਨਮ ਨੂੰ ਹਾਰਦਾ ਨਹੀਂ ਹੈ। ਇਸ ਲਈ ਆਪਾਂ ਵੀ ਉਸ ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀ ਕਰੀਏ ਕਿ ਕਾਮ ਕ੍ਰੋਧ ਲੋਭ ਮੋਹਿ ਮਨ ਲੀਨੋ, ਨਿਰਗੁਣ ਕੇ ਦਾਤਾਰੇ। ਕਿ ਐਸੇ ਅਰਦਾਸਾਂ ਕਰੀਏ। ਮਹਾਰਾਜ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੇ ਦਾਤਾਰੇ। ਹੇ ਮਹਾਰਾਜ, ਮੇਰਾ ਮਨ ਕਾਮ ਕ੍ਰੋਧ ਵਿੱਚ, ਲਾਲਚ ਵਿੱਚ, ਮੋਹ ਵਿੱਚ ਲੀਨ ਹੋ ਰਿਹਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਕਿ ਹੇ ਮਹਾਰਾਜ, ਮੇਰਾ ਮਨ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਲਾਲਚ ਵਿੱਚ ਤੇ ਮੋਹ ਵਿੱਚ ਲੀਨ ਹੋ ਰਿਹਾ ਹੈ। ਨਿਰਗੁਣ ਕੇ ਦਤਾਰੇ, ਮੇਰੇ ਨਿਰਗੁਣ ਗੁਣਾ ਤੋਂ ਹੀਣੇ ਦੇ ਤਾਈਂ ਤੁਸੀਂ ਹੀ ਦਾਤੇ ਹੋ, ਦਤਾਰੇ ਹੋ। ਭਾਵ ਮੇਰੇ ਕੋਲ ਕਾਮ ਨੂੰ ਮਾਰਨ ਲਈ ਵਸਤੂ ਵਿਚਾਰ ਰੂਪੀ ਗੁਣ ਨਹੀਂ ਹੈ, ਕ੍ਰੋਧ ਨੂੰ ਮਾਰਨ ਲਈ ਸ਼ਾਂਤੀ ਨਹੀਂ ਹੈ, ਲੋਭ ਲਈ ਸੰਤੋਖ ਨਹੀਂ ਹੈ ਅਤੇ ਮੋਹ ਵਾਸਤੇ ਵਿਵੇਕ ਨਹੀਂ ਹੈ। ਤੁਸੀਂ ਹੀ ਸ਼ੁਭ ਗੁਣਾਂ ਨੂੰ ਦੇਣ ਵਾਲੇ ਦਾਤੇ ਹੋ। ਕਰ ਕਿਰਪਾ ਆਪਣੋ ਨਾਮ ਦੀਜੋ, ਨਾਨਕ ਸਦ ਬਲਿਹਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਦਇਆ ਦ੍ਰਿਸ਼ਟੀ ਕਰਕੇ ਵਿਕਾਰਾਂ ਨੂੰ ਮੇਟਣ ਵਾਸਤੇ ਆਪਣਾ ਨਾਮ ਦੇਣਾ ਕਰੋ। ਕਰ ਕਿਰਪਾ ਆਪਣੋ ਨਾਮ ਦੀਜੈ, ਕਿ ਹੇ ਪਰਮੇਸ਼ਰ, ਤੁਸੀਂ ਦਇਆ ਦ੍ਰਿਸ਼ਟੀ ਕਰਕੇ ਵਿਕਾਰਾਂ ਨੂੰ ਮੇਟਣ ਵਾਸਤੇ ਆਪਣਾ ਨਾਮ ਦੇਣਾ ਕਰੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਨਾਨਕ ਸਦ ਬਲਿਹਾਰੇ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਸਦ ਹਮੇਸ਼ਾ ਆਪ ਜੀ ਤੋਂ ਬਲਿਹਾਰੇ ਕੁਰਬਾਨ ਵਾਰਨੇ ਜਾਂਦੇ ਹਾਂ। ਰਾਗ ਗੌੜੀ ਚੇਤੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇਕ ਖਿਨਾ ਰਹਾਉ, ਸੁਖ ਸੰਪਤ ਬੰਤਾ ਬਨੋਦ, ਛੋੜ ਗਏ ਬਹੁ ਲੋਗ ਭੋਗ, ਹੈਬਰ ਗੈਬਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ, ਚੋਆ ਚੰਦਨ ਦੇਹ ਫੂਲਿਆ, ਸੋ ਤਨ ਧਾਰ ਸੰਗ ਰੂਲਿਆ, ਮੋਹੇ ਮੋਹਿਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਦੂਰ ਹੈ। ਮੋਹੇ ਮੋਹਿਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਦੂਰ ਹੈ। ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ, ਸੁੱਖ ਕਿਸ ਪ੍ਰਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿੱਖ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਮਹਾਰਾਜ, ਸੁੱਖ ਕਿਸ ਪ੍ਰਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਗੌੜੀ ਦੀ ਚੇਤੀ ਜਾਤੀ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਬਾਣੀ ਉਚਾਰਨ ਕਰਦੇ ਹੋਏ ਸਮਝਾ ਰਹੇ ਹਨ, ਸੁਖ ਨਾਹੀ ਰੇ ਹਰ ਭਗਤ ਬਿਨਾ,
महाराज जी कहने लगे, हे भाई, परमेश्वर दी सरावण रूप सिमरन रूप भगती करन तो बिना, भगती करन तो बगैर किसी प्रकार सुख आनंद प्राप्त नहीं हो सकता। सुख नाही रे हर भगत बिना। हे भाई, परमेश्वर दी सरावण रूप भगती, सिमरन रूप भगती ते नाम जपण रूप भगती करन तो बगैर किसी प्रकार आनंद प्राप्त नहीं हो सकता, सुख प्राप्त नहीं हो सकता। जीत जन्म ਇਹ ਰਤਨ ਅਮੋਲਕ, ਇਸ ਕਰਕੇ ਸਾਧ ਸੰਗਤ ਜਪ ਇੱਕ ਖਿਨਾ। ਇਸ ਕਰਕੇ ਸਾਧ ਸੰਗਤ, ਸਾਧੂਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕਰਕੇ ਇੱਕ ਖਿਨਾ, ਇੱਕ ਛਿਨ ਮਾਤਰ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਇਹ ਰਤਨ ਮਾਣਕਾਂ ਦੀ ਨਿਆਈ ਅਮੋਲਕ ਬੇਕੀਮਤੀ ਮਨੁੱਖਾ ਜਨਮ ਨੂੰ ਜਿੱਤਣਾ ਕਰੋ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਾਪ ਇੱਕ ਖਿਨਾ। ਕਿ ਇਸ ਕਰਕੇ ਸਾਧੂਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕਰਕੇ ਇੱਕ ਛਿਨ ਮਾਤਰ ਪਰਮੇਸ਼ਰ ਦੇ ਨਾਮ ਨੂੰ ਜਾਪ ਕਰਕੇ ਇਹ ਮਾਣਕਾਂ ਦੀ ਨਿਆਈ ਅਮੋਲਕ ਬੇਕੀਮਤੀ ਮਨੁੱਖਾ ਜਨਮ ਨੂੰ ਜਿੱਤਣਾ ਕਰੋ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਸੁਤ ਸੰਪਤ ਬਨਤਾ ਬਨੋਦ, ਛੋੜ ਗਏ ਬਹੁ ਲੋਗ ਭੋਗ। ਮਹਾਰਾਜ ਜੀ ਕਹਿਣ ਲੱਗੇ, ਸੁਤ ਪੁੱਤਰ, ਸੰਪਤ ਧਨ ਪਦਾਰਥ ਵਿਭੂਤੀ, ਬਨਤਾ ਇਸਤਰੀ ਆਦਿਕ ਦੇ ਜੋ ਵਿਨੋਦ ਕੌਤਕ ਉਤਸ਼ਾਹ ਹਨ, ਇਹਨਾਂ ਭੋਗ ਪਦਾਰਥਾਂ ਨੂੰ ਭੋਗਦੇ ਹੋਏ ਬਹੁਤ ਸਾਰੇ ਲੋਕ ਛੱਡ ਕਰਕੇ ਚਲੇ ਗਏ ਹਨ, ਕੂਚ ਕਰਕੇ ਚਲੇ ਗਏ ਹਨ। ਬਾਣੀ ਦੀਆਂ ਪੰਕਤੀਆਂ ਹਨ, ਸੁਤ ਸੰਪਤ ਬਨਤਾ ਬਨੋਦ, ਛੋੜ ਗਏ ਬਹੁ ਲੋਗ ਭੋਗ। ਕੇ ਸੁਤ ਪੁੱਤਰ, ਸੰਪਤ ਧਨ ਪਦਾਰਥ ਵਿਭੂਤੀ, ਬਨਤਾ ਇਸਤਰੀ ਆਦਿਕਾਂ ਦੇ ਜੋ ਵਿਨੋਦ ਕੌਤਕ ਉਤਸ਼ਾਹ ਹਨ, ਇਹਨਾਂ ਭੋਗ ਪਦਾਰਥਾਂ ਨੂੰ ਭੋਗਦੇ ਹੋਏ ਬਹੁਤ ਸਾਰੇ ਲੋਕ ਛੱਡ ਕਰਕੇ ਚਲੇ ਗਏ ਹਨ, ਕੂਚ ਕਰਕੇ ਚਲੇ ਗਏ ਹਨ। ਹੈਬਰ ਗੈਬਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ। ਹੈਬਰ ਗੈਬਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ। ਹੈਬਰ श्रेष्ठ दरियाई घोड़े, गैबर के श्रेष्ठ चिट्टे ऐरावत हाथी, राज रंग राज भाग की प्राप्ति ਅਤੇ ਰਾਜਸੀ ਦੇ ਰੰਗ ਢੰਗ ਤਰੀਕੇ, ਅਨੇਕਾਂ ਤਰ੍ਹਾਂ ਦੇ ਰਾਜ ਭਾਗ ਦੇ ਰੰਗ ਆਨੰਦ ਮਾਣਨੇ, ਇਹ ਸਭ ਕੁਝ ਮੂੜ ਨੰਗ ਮੂੜ ਮੂਰਖ ਜੀਵ ਤਿਆਗ ਛੱਡ ਕਰਕੇ ਨੰਗ ਨੰਗਾ ਹੋ ਕੇ ਬੇਪਤ ਹੋ ਕੇ ਚੱਲਿਆ ਜਾਂਦਾ ਹੈ। ਭਾਵ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਇਹ ਸਭ ਤੋਂ ਖਾਲੀ ਹੀ ਨਰਕਾਂ ਆਦਿਕ ਜੂਨਾਂ ਵਿੱਚ ਬੇਪਤ ਹੋ ਕੇ ਤੁਰਦਾ ਫਿਰਦਾ ਹੈ। ਚੋਆ ਚੰਦਨ ਦੇਹ ਫੂਲਿਆ, ਜਿਹੜਾ ਚੋਆ ਆਗਰ ਦੀ ਲੱਕੜ ਤੋਂ ਟਪਕਾਇਆ ਹੋਇਆ, ਪੀੜ ਕੇ ਚੋਇਆ ਹੋਇਆ ਤੇਲ, ਗੁਲਾਬ, ਕੇਵੜੇ ਆਦਿਕ ਅਰਕ ਅਤੇ ਚੰਦਨ ਸੁਗੰਧੀ ਵਾਲੇ ਬ੍ਰਿਸ਼, ਆਗਰ ਦਾ ਤੇਲ ਅਤੇ ਚੰਦਨ ਦਾ ਤੇਲ ਆਦਿਕ ਦੇਹ ਹੁੰਦਾ ਸਰੀਰ ਉੱਪਰ ਮਲ ਕੇ ਹੰਕਾਰ ਵਿੱਚ ਫੁੱਲਿਆ ਫਿਰਦਾ ਹੈ। ਜਿਹੜਾ ਆਗਰ ਦੀ ਲੱਕੜ ਤੋਂ ਟਪਕਿਆ ਹੋਇਆ ਤੇਲ, ਗੁਲਾਬ, ਕੇਵੜੇ ਆਦਿਕਾਂ ਦਾ ਅਰਕ ਅਤੇ ਸੁਗੰਧੀ ਵਾਲੇ ਬਿਰਛਾਂ ਦਾ ਦਰਖਤਾਂ ਦਾ ਚੰਦਨ ਦਾ ਤੇਲ ਆਦਿਕ ਸਰੀਰ ਉੱਤੇ ਮਲ ਕੇ ਹੰਕਾਰ ਵਿੱਚ ਫੁੱਲਿਆ ਫਿਰਦਾ ਹੈ ਕਿ ਮੇਰੇ ਵਰਗਾ ਕਿਸੇ ਦਾ ਸੁੰਦਰ ਸਰੀਰ ਨਹੀਂ ਹੈ। ਸੋ ਤਨ ਧਾਰ ਸੰਗ ਰੂਲਿਆ, ਸੋ ਉਹ ਤਨ ਸਰੀਰ
ਅੰਤ ਨੂੰ ਧਾਰ ਧਰਤੀ ਦੇ ਸੰਗ ਧਰਤੀ ਦੇ ਨਾਲ ਰੂਲਿਆ ਮਿਲ ਜਾਣਾ ਹੈ। ਜੇਕਰ ਚਿਖਾ ਵਿੱਚ ਸੜਿਆ ਤਾਂ ਵੀ ਖਾਕ ਬਣ ਕੇ ਮਿੱਟੀ ਬਣ ਕੇ ਰੁਲਣਾ ਹੈ। ਜੇਕਰ ਕਬਰ ਵਿੱਚ ਦੱਬਿਆ ਗਿਆ ਤਾਂ ਵੀ ਮਿੱਟੀ ਵਿੱਚ ਮਿਲ ਜਾਣਾ ਹੈ। ਮੋਹੇ ਮੋਹਿਆ ਜਾਣੈ ਦੂਰ ਹੈ। ਇਸ ਤਰ੍ਹਾਂ ਜੀਵ ਪਦਾਰਥਾਂ ਸਰੀਰਾਂ ਦੇ ਮੋਹ ਵਿੱਚ ਮੋਹਤ ਹੋਇਆ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਜਾਣਦਾ ਹੈ ਕਿ ਪਰਮੇਸ਼ਰ ਦੂਰ ਹੈ। ਮੋਹੇ ਮੋਹਿਆ ਜਾਣੈ ਦੂਰ ਹੈ। ਇਸ ਤਰ੍ਹਾਂ ਜੀਵ ਪਦਾਰਥਾਂ ਵਿੱਚ ਤੇ ਸਰੀਰਾਂ ਦੇ ਮੋਹ ਵਿੱਚ ਮੋਹਤ ਹੋਇਆ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਜਾਣਦਾ ਹੈ। ਕਹੋ ਨਾਨਕ ਸਦਾ ਹਦੂਰ ਹੈ। ਮਹਾਰਾਜ ਜੀ ਕਹਿਣ ਲੱਗੇ, ਪਰੰਤੂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਜੀਵ, ਉਹ ਪਰਮੇਸ਼ਰ ਹਮੇਸ਼ਾ ਹਦੂਰ ਨੇੜੇ ਹੀ ਨੇੜੇ ਹੈ। ਇਹ ਜੀਵ ਪਰਿਵਾਰ ਦੇ ਮੋਹ ਦਾ ਮੋਹਿਆ ਹੋਇਆ ਮੌਤ ਨੂੰ ਵੀ ਦੂਰ ਜਾਣਦਾ ਹੈ ਕਿ ਮੈਂ ਨਹੀਂ ਅਜੇ ਮਰਦਾ। ਪਰੰਤੂ ਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਮੌਤ ਦਾ ਸਮਾਂ ਸਦਾ ਸਦੀਵ ਕਾਲ ਹਦੂਰ ਨੇੜੇ ਜਾਣਨਾ ਕਰੋ ਕਿ ਉਹ ਪਰਮੇਸ਼ਰ ਵੀ ਹਰੇਕ ਦੇ ਨੇੜੇ ਵਸਦਾ ਹੈ। ਉਸ ਨੂੰ ਵੀ ਨੇੜੇ ਜਾਣੋ। ਜੇ ਮੌਤ ਨੂੰ ਨੇੜੇ ਜਾਣੋਗੇ ਤਾਂ ਪਰਮੇਸ਼ਰ ਨੂੰ ਵੀ ਨੇੜੇ ਜਾਣਿਆ ਜਾਏਗਾ ਕਿ ਫਿਰ ਪਰਮੇਸ਼ਰ ਵੀ ਚੇਤੇ ਆਏਗਾ। ਅੱਗੇ ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾ। ਮਾਨ ਧਾਰ ਤਰਵੇ ਹਰ ਨਾਮ ਲੋ, ਸਾਗਰ ਲਹਿਰ ਸੰਸਾ ਸੰਸਾਰ, ਗੁਰ ਬੋਹਿਤ ਪਾਰ ਗਰਾਮਨੋ। ਰਹਾਉ। ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ, ਬਿਖ ਬਿਖਿਆ ਪਸਰੀ ਅਤ ਘਨੀ, ਉਬਰੇ ਜਪ ਜਪ ਹਰ ਗੁਨੀ, ਮਤ ਬਾਰੋ ਮਾਇਆ ਸੋਇਆ, ਗੁਰ ਭੇਟਤ ਭ੍ਰਮ ਭਉ ਖੋਇਆ। ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਕਹੋ ਨਾਨਕ ਏਕ ਧਿਆਇਆ, ਘਾਟ ਘਟ ਨਦਰੀ ਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਬੈਰਾਗਮਈ ਸ਼ਬਦ ਉਚਾਰਨ ਕਰਦੇ ਹਨ। ਮਾਨ ਧਰ ਤਰਬੇ ਹਰ ਨਾਮ ਨੋ। ਮਹਾਰਾਜ ਜੀ ਕਹਿਣ ਲੱਗੇ, ਹੇ ਮਿਆਰੇ ਪਿਆਰੇ, ਸੰਸਾਰ ਸਮੁੰਦਰ ਤੋਂ ਤਰਬੇ ਤਰਨ ਲਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਆਪਣੇ ਹਿਰਦੇ ਵਿੱਚ ਧਾਰਨ ਕਰੋ। ਮਾਨ ਧਰ ਕਿ ਹੇ ਮੇਰੇ ਪਿਆਰੇ, ਸੰਸਾਰ ਸਮੁੰਦਰ ਤੋਂ ਤਰਬੇ ਤਰਨ ਲਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਆਪਣੇ ਹਿਰਦੇ ਵਿੱਚ ਧਾਰਨਾ ਕਰ। ਸਾਗਰ ਲਹਿਰ ਸੰਸਾ ਸੰਸਾਰ। ਇਸ ਸੰਸਾਰ, ਇਸ ਜਗਤ ਰੂਪੀ ਸਾਗਰ ਸਮੁੰਦਰ ਵਿੱਚ ਅਨੇਕਾਂ ਹੀ ਸੰਸਿਆਂ ਦੀਆਂ ਲਹਿਰਾਂ, ਅਨੇਕਾਂ ਹੀ ਸੰਸਿਆਂ ਦੀਆਂ ਤਰੰਗਾਂ ਉੱਠ ਰਹੀਆਂ ਹਨ। ਗੁਰ ਬੋਹਿਤ ਪਾਰ ਗਰਾਮਨੋ ਕਿ ਗੁਰ ਸਤਿਗੁਰੂ ਸਾਹਿਬ ਜੀ ਇਸ ਸਮੁੰਦਰ ਤੋਂ ਪਾਰ ਗਰਾਮਨੋ ਪਾਰ ਜਾਣ ਵਾਲੇ ਬੋਹਿਤ ਦੀ ਨਿਆਈ ਹਨ, ਜਹਾਜ਼ ਦੀ ਨਿਆਈ ਹਨ। ਗੁਰੂ ਜੀ ਦੇ ਕੋਲ ਗਰਾਮਨੋ ਸਾਰਿਆਂ ਨੂੰ ਮੁਕਤੀ ਰੂਪੀ ਪਾਰਲੇ ਕਿਨਾਰੇ ਤੇ ਲਾਉਣ ਲਈ ਨਾਮ ਰੂਪੀ ਬੋਹਿਤ, ਨਾਮ ਰੂਪੀ ਜਹਾਜ਼ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਇਸ ਕਲਯੁਗ ਦੇ ਸਮੇਂ ਵਿੱਚ ਜੀਵਾਂ ਦੀ ਬੁੱਧੀ ਮੰਦ ਕਰਮ ਰੂਪ ਪਾਪਾਂ ਰੂਪ ਕਾਲਖ ਸਿਆਹੀ ਕਲੰਕ ਕਰਕੇ ਅੰਧੇਰੀ ਹੋ ਰਹੀ ਹੈ। ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਇਸ ਕਲਯੁਗ ਦੇ ਸਮੇਂ ਵਿੱਚ ਜੀਵਾਂ ਦੀ ਬੁੱਧੀ ਮੰਦ ਕਰਮ ਰੂਪ ਪਾਪਾਂ ਰੂਪੀ ਕਾਲਖ
ਪਾਪਾਂ ਰੂਪੀ ਕਲੰਕ ਕਰਕੇ ਅੰਧੇਰੀ ਹੋ ਰਹੀ ਹੈ ਕਿ ਗੁਰ ਗਿਆਨ ਦੀਪਕ ਉਜਿਆਰੀਆ। ਇਸ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਦੇ ਪਾਸ ਅਪਰੋਖ ਗਿਆਨ ਰੂਪੀ ਦੀਪਕ ਦੀਵਾ ਹੈ, ਜਿਸ ਕਰਕੇ ਬੁੱਧੀ ਵਿੱਚ ਉਜਿਆਰੀਆ ਪ੍ਰਕਾਸ਼ ਹੋ ਜਾਂਦਾ ਹੈ। ਬਿਖ ਬਿਖਿਆ ਪਸਰੀ ਅਤ ਘਨੀ, ਹੇ ਭਾਈ ਮਾਇਆ ਦੀ ਸ਼ਬਦ ਸਪਰਸ ਰੂਪ ਰਸ ਗੰਧ ਰੂਪੀ ਵਿਖਿਆ ਦੀ ਜ਼ਹਿਰ ਬਹੁਤ ਹੀ ਘਣੀ, ਬਹੁਤ ਹੀ ਭਾਰੀ, ਜ਼ਿਆਦਾ ਪਸਰੀ ਹੋਈ ਹੈ, ਫੈਲੀ ਹੋਈ ਹੈ। ਬਿਖ ਬਿਖਿਆ ਪਸਰੀ ਅਤ ਘਨੀ, ਹੇ ਭਾਈ ਮਾਇਆ ਦੀ ਜਿਹੜੀ ਵਿਉ ਰੂਪੀ ਜ਼ਹਿਰ ਬਹੁਤ ਹੀ ਭਾਰੀ, ਜ਼ਿਆਦਾ ਫੈਲੀ ਹੋਈ ਹੈ ਕਿ ਉਬਰੇ ਜਪ ਜਪ ਹਰ ਗੁਣੀ। ਜਿਹੜੇ ਗੁਣੀ ਗਿਆਨਵਾਨ ਵਿਵੇਕ ਪੁਰਸ਼ ਹਨ, ਉਹ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਨਾਲ ਜਪ ਜਪ ਕਰਕੇ ਉਬਰੇ ਹਨ, ਬਚ ਗਏ ਹਨ ਕਿ ਬਿਖ ਬਿਖਿਆ ਪਸਰੀ ਅਤ ਘਨੀ, ਉਬਰੇ ਜਪ ਜਪ ਹਰ ਗੁਣੀ। ਕਿ ਇਹ ਭਾਈ ਮਾਇਆ ਦੀ ਜਿਹੜੀ ਜ਼ਹਿਰ ਹੈ, ਇਹ ਬਹੁਤ ਸਾਰੀ, ਜ਼ਿਆਦਾ ਪਸਰੀ ਹੋਈ ਹੈ, ਫੈਲੀ ਹੋਈ ਹੈ। ਜਿਹੜੇ ਗੁਣੀ ਗਿਆਨਵਾਦ ਵਿਵੇਕ ਪੁਰਸ਼ ਹਨ, ਉਹ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਨਾਲ ਜਪ ਜਪ ਕਰਕੇ ਉਬਰੇ ਹਨ, ਬਚ ਗਏ ਹਨ। ਮਤਬਾਰੋ ਮਾਇਆ ਸੋਇਆ, ਇਹ ਮਤਬਾਰੋ ਕਮਲਾ ਜੀਵ ਮਾਇਆ ਵਿੱਚ ਹੀ ਸੋਇਆ ਸੁੱਤਾ ਪਿਆ ਹੈ। ਮਾਇਆ ਅਵਿਦਿਆ ਵਿਸ਼ਿਆਂ ਰੂਪੀ ਸ਼ਰਾਬ ਪੀ ਕੇ ਮਤਬਾਰੋ ਝੱਲਾ ਮਸਤਾਨਾ ਹੋ ਕੇ ਸੁੱਤਾ ਪਿਆ ਹੈ। ਗੁਰ ਭੇਟਤ ਭਰਮ ਪਉ ਖੋਇਆ, ਜਿਹੜੇ ਸਤਿਗੁਰੂ ਜੀ ਨੂੰ ਭੇਟਤ ਮਿਲੇ ਹਨ, ਉਹਨਾਂ ਦਾ ਸਰੂਪ ਆਦਿ 5 ਪ੍ਰਕਾਰ ਦਾ ਭੁਲੇਖਾ ਸੰਸਾ ਅਤੇ ਜੰਮਣ ਮਰ ਰੂਪੀ ਆਦਿ 7 ਪ੍ਰਕਾਰ ਦਾ ਡਾਗਰ ਮਿਟ ਗਿਆ ਹੈ, ਨਿਵਰਤ ਹੋ ਗਿਆ ਹੈ। ਕਹੋ ਨਾਨਕ ਏਕ ਧਿਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਘਟ ਘਟ ਨਦਰੀ ਆਇਆ। ਉਹਨਾਂ ਨੂੰ ਸਾਰੀਆਂ ਖਾਣੀਆਂ ਦੇ ਘਟਾਂ ਦੇ ਵਿੱਚ ਪਰਮੇਸ਼ਰ ਹੀ ਨਦਰੀ, ਪਰਮੇਸ਼ਰ ਹੀ ਦ੍ਰਿਸ਼ਟੀ ਵਿੱਚ ਆ ਗਿਆ ਹੈ। ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਅਦਵੈਤ ਸਰੂਪ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੂੰ ਸਾਰੀਆਂ ਖਾਣੀਆਂ ਦੇ ਘਟਾਂ ਵਿੱਚ ਸਰੀਰਾਂ ਵਿੱਚ ਪਰਮੇਸ਼ਰ ਹੀ ਦ੍ਰਿਸ਼ਟੀ ਵਿੱਚ ਆਇਆ ਹੈ। ਗੌੜੀ ਮਹੱਲਾ ਪੰਜਵਾ। ਦੀਵਾਨ ਹਮਾਰੋ ਤੂੰ ਹੀ ਏਕ, ਸੇਵਾ ਥਾਰੀ ਗੁਰ ਹੈ ਟੇਕ ਰਹਾਉ। ਅਨਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ। ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ। ਬਖਸ਼ੀਸ ਬਜੋ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ। ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿਨ ਮੁਖ ਉਜਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਦੀਵਾਨ ਹਮਾਰੋ ਤੂੰ ਹੀ ਏਕ, ਹੇ ਪਰਮੇਸ਼ਰ ਹਮਾਰੋ ਸਾਡਾ, ਲੋਕ ਪਰਲੋਕ ਵਿੱਚ ਇੱਕ ਤੂੰਹੀਓ ਹੀ ਦੀਵਾਨ ਆਸਰਾ ਹੈ। ਦੀਵਾਨ ਹਮਾਰੋ ਤੂੰ ਹੀ ਏਕ, ਹੇ ਪਰਮੇਸ਼ਰ ਸਾਡਾ ਲੋਕ ਪਰਲੋਕ ਵਿੱਚ ਇੱਕ ਤੂੰ ਹੀ ਆਸਰਾ ਹੈ, ਦੀਵਾਨ ਹੈ। ਕਿ ਸੇਵਾ ਥਾਰੀ ਗੁਰ ਹੈ ਟੇਕ, ਕਿ ਗੁਰ ਹੈ ਸਤਿਗੁਰੂ ਸਾਹਿਬ ਜੀ ਦੀ ਟੇਕ ਓਟ ਰੱਖ ਕੇ ਥਾਰੀ ਤੁਹਾਡੀ ਹੀ ਭਗਤੀ ਰੂਪੀ ਟਹਿਲ ਕਰਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਅਨਕ ਜੁਗਤ ਨਹੀਂ ਪਾਇਆ। ਕਿ ਹੋਰ ਅਨਕ ਅਨੇਕਾਂ ਜੁਗਤ ਜੁਗਤੀਆਂ ਨਾਲ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ, ਪਾਇਆ ਨਹੀਂ ਜਾਂਦਾ।
ਜਿਨ੍ਹਾਂ ਨੂੰ ਗੁਰ ਚਾਕਰ ਲੈ ਲਾਇਆ। ਜਿਨ੍ਹਾਂ ਨੂੰ ਗੁਰ ਸਤਿਗੁਰੂ ਸਾਹਿਬ ਜੀ ਨੇ ਲੈ ਕਰਕੇ ਚਾਕਰ ਨੌਕਰ ਲਾ ਲਿਆ ਹੈ, ਭਾਵ ਆਪਣੇ ਸੇਵਕ ਬਣਾ ਲਿਆ ਹੈ। ਜਿਹੜੇ ਚਾਅ ਭਾਵ ਉਤਸ਼ਾਹ ਕਰਕੇ ਭਗਤੀ ਕਰਦੇ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਆਪਣੀ ਸ਼ਰਨ ਵਿੱਚ ਲੈ ਕਰਕੇ ਪਰਮੇਸ਼ਰ ਨਾਲ ਲੈ ਲਾਇਆ, ਜੋੜ ਦਿੱਤਾ ਹੈ। ਮਾਰੇ ਪੰਚ ਬਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ। ਉਹਨਾਂ ਦੇ ਪੰਜ ਕਾਮ ਆਦਿਕਾਂ ਬਿਖਾਦੀਆਂ ਝਗੜਾਲੂਆਂ ਨੂੰ ਮਾਰ ਦਿੱਤਾ ਹੈ। ਜਿਹੜੇ ਪੰਜ ਮੁਖੀਏ ਇੰਦਰੀਏ ਬਿਖਾਦੀਆਂ ਵਿਸ਼ਿਆਂ ਦੇ ਭੋਗਾਂ ਨੂੰ ਖਾਣ ਵਾਲੇ ਸਨ, ਉਹਨਾਂ ਨੂੰ ਨਿਵਰਤ ਕਰ ਦਿੱਤਾ ਹੈ, ਭਾਵ ਉਹ ਅਧੀਨ ਹੋ ਗਏ ਹਨ। ਗੁਰ ਕਿਰਪਾ ਤੇ ਦਲ ਸਾਧਿਆ। ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਵਿਸ਼ਿਆ ਰੂਪੀ ਅਸੁਰੀ ਸੰਪਤਾ ਰੂਪੀ ਦਲ ਫੌਜ ਨੂੰ ਸਾਧ ਲਿਆ ਹੈ, ਜਿੱਤ ਲਿਆ ਹੈ। ਬਖਸ਼ੀਸ ਵਜੋਂ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ। ਮਹਾਰਾਜ ਜੀ ਕਹਿਣ ਲੱਗੇ, ਹੈ ਮਹਾਰਾਜ, ਸਾਡੇ ਉੱਪਰ ਇਹ ਬਖਸ਼ਿਸ਼ ਕਰੋ ਕਿ ਸਾਨੂੰ ਤੁਹਾਡਾ ਇੱਕ ਨਾਮ ਰੂਪੀ ਵਜੋਂ ਹੁੰਦਾ ਹੈ, ਤਨਖਾਹ ਮਿਲੇ। ਬਖਸ਼ੀਸ ਵਜੋਂ ਮਿਲ ਏਕ ਨਾਮ, हे ਮਹਾਰਾਜ, ਸਾਡੇ ਉੱਪਰ ਇਹ ਬਖਸ਼ਿਸ਼ ਕਰੋ ਕਿ ਸਾਨੂੰ ਤੁਹਾਡਾ ਏਕ ਅਦਵੈਤ ਸਰੂਪ ਨਾਮ ਰੂਪੀ ਤਨਖਾਹ ਮਿਲੇ। ਅਤੇ हे ਸਹਿਜ, हे ਅਚੁੱਤ ਸੁਖ ਰੂਪ ਪਰਮੇਸ਼ਰ ਜੀ, ਆਪ ਜੀ ਦੇ ਆਨੰਦ ਸਰੂਪ ਵਿੱਚ ਹੀ ਸਾਡਾ ਵਿਸਰਾਮ, ਸਾਡਾ ਨਿਵਾਸ, ਸਾਡੀ ਸਥਿਤੀ ਹੋਵੇ। ਅਦਵੈਤ ਤੋਂ ਰਹਿਤ ਹੋਰ ਕਰਕੇ ਸੁਭਾਵਕ ਹੀ ਆਤਮਾਨੰਦ ਰੂਪੀ ਸੁਖ ਵਿੱਚ ਇਸਤਤ ਹੋ ਜਾਈਏ। ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿੰਨ ਮੁਖ ਉਜਲੇ। ਜਿਹੜੇ ਪ੍ਰਭ ਪਰਮੇਸ਼ਰ ਦੇ ਚਾਕਰ ਦਾਸ ਸੇਵਕ ਹਨ, ਉਹ ਤਿੰਨਾਂ ਲੋਕਾਂ ਵਿੱਚ ਹੀ ਭਲੇ ਸ੍ਰੇਸ਼ਟ ਹਨ। ਪ੍ਰਭ ਕੇ ਚਾਕਰ ਸੇ ਭਲੇ, ਕਿ ਜਿਹੜੇ ਪਰਮੇਸ਼ਰ ਦੇ ਚਾਕਰ ਨੌਕਰ ਦਾਸ ਸੇਵਕ ਹਨ, ਉਹ ਤਿੰਨਾਂ ਲੋਕਾਂ ਵਿੱਚ ਹੀ ਭਲੇ ਹਨ, ਸ੍ਰੇਸ਼ਟ ਹਨ। ਨਾਨਕ ਤਿੰਨ ਮੁਖ ਉਜਲੇ। ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਲੋਕ ਪਰਲੋਕ ਵਿੱਚ ਮੁਖ ਮੂੰਹ ਉਜਲ ਹਨ, ਭਾਵ ਜਸ ਦੇ ਉਜਾਲੇ ਵਾਲੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਪ੍ਰਭ ਕੇ ਚਾਕਰ ਸੇ ਭਲੇ, ਕਿ ਜਿਹੜੇ ਪ੍ਰਭੂ ਪਰਮੇਸ਼ਰ ਦੇ ਚਾਕਰ ਦਾਸ ਸੇਵਕ ਨੌਕਰ ਹਨ, ਉਹ ਤਿੰਨਾਂ ਲੋਕਾਂ ਵਿੱਚ ਹੀ ਭਲੇ ਹਨ, ਸ੍ਰੇਸ਼ਟ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਮੁਖ ਉਜਲੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ